10-20 ਯੂਰੋ ਵਾਸਤੇ ਤੁਸੀਂ ਕਿਸੇ ਦੀ ਬੇਇੱਜ਼ਤੀ ਕਰਦੇ ਹੋ, ਉਹੀ ਬੰਦਾ ਤੁਹਾਡੇ ਕੰਮ ਆਵੇ, ਤੁਹਾਡੇ ਵਾਸਤੇ ਤੇ ਬੜੀ ਸ਼ਰਮਿੰਦਗੀ ਦੀ ਗੱਲ ਆ। ਜਵਾਨ ਬੜਾ ਪੁਰਾਣਾ ਯੂਰਪ ਸੈਟ ਆ, ਬੜੇ ਰੁਪਈਏ ਕਮਾਉਂਦਾ ਸੀ, ਉਹਦੇ ਮਹੱਲੇ ਦਾ ਮੁੰਡਾ ਉਹਦੇ ਕੋਲ ਰਹਿਣ ਵਾਸਤੇ ਆ ਗਿਆ। ਚਲੋ ਭਾਈ ਜੀ ਮੈਨੂੰ ਵੀ ਕਿਧਰੇ ਕੰਮ ਲਵਾ ਦੇਣਗੇ। ਆਮਦਿਆਂ ਸਾਥ ਉਹਨੇ ਭਾਈਰਾਂ ਕੋਲ 20 ਯੂਰੋ ਮੰਗੇ। ਚਲੋ ਭਾਈ ਜੀ ਮੈਨੂੰ 20 ਯੂਰੋ ਦੇ ਦਿਓ, ਬਾਅਦ 'ਚ ਮੈਂ ਤੁਹਾਨੂੰ ਵਾਪਸ ਕਰ ਦਿਆਂਗਾ। ਉਹਨੇ 20 ਯੂਰੋ ਨੂੰ ਦੇ ਤੇ ਅੱਗੋਂ ਜਵਾਨ ਨੇ ਆਪੂ ਪਾਕਿਸਤਾਨ ਜਾਣਾ ਸੀ, ਰੱਜ ਕੇ ਓਵਰ ਟਾਈਮ ਪਹਿਲਾਂ ਦਾ ਟਿਕਟ ਵੀ ਉਹਨੂੰ ਹਾਲਾਂਕਿ ਬੜੀ ਮਹਿੰਗੀ ਲੱਭੀ ਸੀ। 8 ਘੰਟੇ ਦੁਬਈ ਸਟੇ ਹੀ ਉਹਦੀ ਤਕਰੀਬਨ 1100 ਯੂਰੋ ਦੀ ਉਹਨੂੰ ਟਿਕਟ ਲੱਭੀ ਸੀ। ਲੇਕਿਨ ਬੜਾ ਪਰੇਸ਼ਾਨ ਯਾਰ, ਇਤਨੀ ਮਹਿੰਗੀ ਟਿਕਟ ਲੱਭੀ ਹੈ, ਲੇਕਿਨ ਖੁਸ਼ ਵੀ ਐ ਸੀ। ਕਹਿੰਦਾ 2 ਦਿਨ ਹੋ ਗਏ ਸੁੱਤਾ ਨਹੀਂ ਸੀ, ਓਵਰ ਟਾਈਮ ਲਾ ਕੇ ਇੱਕ ਵਾਰੀ ਪਾਕਿਸਤਾਨ ਜਾ ਕੇ ਈਦ ਕਰਨੀ, ਨਾਲੇ ਉੱਥੇ ਰੈਸਟ ਕਰਾਂਗਾ। ਕਹਿੰਦਾ ਮੈਨੂੰ ਪੁੱਛਦਾ ਕਿ ਭਾਈ ਜੀ ਤੁਸਾਂ ਤਾਂ ਨਹੀਂ ਕੋਈ ਚੀਜ਼ ਦੇ ਕੇ ਟੋਰ ਨਹੀਂ ਪਾਕਿਸਤਾਨ। ਕਹਿੰਦਾ ਚਲੋ ਮੈਂ ਕਿਹਾ ਭਾਈ ਜੀ ਦੇਖਾਂਗਾ। ਕਹਿੰਦਾ ਨਾਲ ਜਿਹੜਾ ਮੁੰਡਾ ਰਹਿੰਦਾ ਉਹ ਮੇਰਾ ਯਾਰ ਦੋਸਤ ਬਣਿਆ। ਕਹਿੰਦਾ ਯਾਰ ਤੂੰ ਇੰਜ ਕਰ, ਮੇਰੇ ਕੋਲ ਪੈਸੇ ਲੈ ਕੇ ਘਰ ਤੂੰ ਚੀਜ਼ਾਂ ਦੇ ਟੋਰ, ਕੋਈ ਮਸਲਾ ਨਹੀਂ ਹੈ, ਅੱਗੂ ਜਿਸ ਵੇਲੇ ਤੂੰ ਕੰਮ ਲੱਗੇਗਾ ਮੈਨੂੰ ਪੈਸੇ ਵਾਪਸ ਕਰ ਦੀ। ਕਹਿੰਦਾ ਮੈਂ ਜਾ ਕੇ ਚੀਜ਼ਾਂ ਲੈ ਲਈਆਂ। ਕਹਿੰਦਾ ਭਾਈ ਜੀ ਆਪਣਾ ਬਕਸਾ ਪੇ ਬੰਦੇ ਸੀ, ਮੈਂ ਲੈ ਕੇ ਚੀਜ਼ਾਂ ਆ ਗਿਆ। ਮੈਂ ਲੋ ਭਾਈ ਜੀ ਮੇਰੀਆਂ ਕੋਈ ਚੀਜ਼ਾਂ ਲੈ ਜਾਓ। ਕਹਿੰਦਾ ਤੂੰ ਕਿੱਥੋਂ ਲੈਣੀਆਂ, ਤੇਰੇ ਕੋਲ ਤੇ ਪੈਸੇ ਹੀ ਕੋਈ ਨਹੀਂ ਸੀ। ਇਹ ਭਾਈ ਜੀ ਉਹ ਮੁੰਡੇ ਨੇ ਮੈਨੂੰ ਲੈ ਦਿੱਤੀਆਂ। ਕਹਿੰਦਾ ਬਾਅਦ 'ਚ ਤੂੰ ਮੈਨੂੰ ਪੈਸੇ ਦੇ। ਉਹਨੇ ਕਿਹਾ ਗੱਲ ਸੁਣ, ਮੈਂ ਪਾਕਿਸਤਾਨ ਚੱਲਾ ਸਾਂ, ਤੇਰਾ ਕੰਮ ਬਣਦਾ ਸੀ, ਉਹਦੇ ਕੋਲ ਜੇ ਤੂੰ ਉਧਾਰ ਲੈਣਾ ਸੀ ਤੂੰ ਲੈਣੇ ਸੀ 20 ਯੂਰੋ ਤੇ ਮੈਨੂੰ ਵਾਪਸ ਕਰਨੇ ਸੀ, ਕਿਉਂਕਿ ਮੈਨੂੰ ਜ਼ਰੂਰਤ ਹੈ। ਉਹਨੇ ਕਿਹਾ ਭਾਈ ਜੀ ਕੀ ਕਰਦੇ ਹੁੰਦੇ ਹੋ, ਮੈਂ ਕੰਮ ਲੱਗਾਂਗਾ ਤੁਹਾਡੇ 20 ਯੂਰੋ ਵਾਪਸ ਕਰਦਾ, ਕਿਹੜੀ ਕੋਈ ਵੱਡੀ ਗੱਲ ਹੈ। ਉਹਨੇ ਕਿਹਾ ਨਾ ਨਾ ਤੂੰ ਪਹਿਲਾਂ ਮੈਨੂੰ 20 ਯੂਰੋ ਵਾਪਸ। ਉਹਨੇ ਕਿਹਾ ਭਾਈ ਜੀ ਗੱਲ ਸੁਣੋ, ਤੁਹਾਡੇ ਮੈਂ ਪੈਸੇ ਜਲਦੀ ਤੋਂ ਜਲਦੀ ਤੁਸੀਂ ਪਾਕਿਸਤਾਨ ਪਹੁੰਚੋ, ਮੈਂ ਤੁਹਾਡੇ 20 ਯੂਰੋ ਤੁਹਾਨੂੰ ਉੱਥੇ ਭੇਜ ਦਿਆਂ। ਕਹਿੰਦਾ ਚੱਲ ਸਹੀ ਹੈ ਜਲਦੀ ਭੇਜ ਦੀ। ਕਹਿੰਦਾ ਅੱਗੋਂ ਨੇ ਕੋਈ ਗੱਲ ਨਾ ਕੀਤੀ। ਕਹਿੰਦਾ ਅੱਗੋਂ ਅਸੀਂ 5ਵੀਂ ਸੇਲ ਤੇ ਰਹਿੰਦੇ। ਕਹਿੰਦਾ ਉਹਦਾ ਚੰਗਾ ਭਾਰਾ ਬਕਸਾ ਕਹਿੰਦਾ ਆਪਣੇ ਮੋਢਿਆਂ ਚੁੱਕ ਕੇ ਜਾ ਕੇ ਟੈਕਸੀ 'ਚ ਰਹਾਇਆ, ਕਿਉਂਕਿ ਮੈਂ ਉਹਦੇ ਕੋਲ ਰਹਿਣ ਵਾਸਤੇ ਆ, ਮੈਂ ਉਹਦੀ ਬੜੀ ਇੱਜ਼ਤ ਕਰਦਾ ਸਾਂ। ਕਹਿੰਦਾ ਆਪੂ ਭਾਈ ਟੁਰ ਕੇ ਵਾਇਆ ਦੁਬਈ। ਕਹਿੰਦਾ ਉੱਥੇ 8 ਘੰਟੇ ਸਟੇ ਸੀ। ਕਹਿੰਦਾ ਤੁਹਾਨੂੰ ਪਤਾ 2 ਦਿਨ ਹੋ ਗਏ ਜਗਰਾਤਾ ਸੀ, ਸੁੱਤਾ ਕੋਈ ਨਹੀਂ ਸੀ। ਕਹਿੰਦਾ ਉੱਥੇ ਜਾ ਕੇ ਘਰ ਜਾ ਕੇ ਫੋਨ ਮਿਲਾਈ ਰੱਖਿਆ। ਅੱਗੋਂ ਘਰਦਿਆਂ ਨੂੰ ਆਖਿਆ, ਆਪਣੀ ਜਨਾਨੀ ਨੂੰ, ਬੱਚਿਆਂ ਨੂੰ, ਸਾਰਿਆਂ ਨੂੰ ਆਖਿਆ ਤੁਸੀਂ ਲਾਹੌਰ ਏਅਰਪੋਰਟ ਤੇ ਸਾਰਿਆਂ ਨੇ ਆਉਣਾ ਮੈਨੂੰ ਲੈਣ ਵਾਸਤੇ। ਕਹਿੰਦਾ ਜਨਾਨੀ ਰਾਹ 'ਚ ਉਲਟੀਆਂ ਕਰ ਕਰਕੇ ਬਿਮਾਰ ਹੋ ਗਈ, ਬੱਚੇ ਜਿਹੜੇ ਨੇ ਉਹ ਪੁੱਠੇ ਹੋ ਗਏ, ਉੱਥੇ ਬਿਮਾਰ ਹੋ ਗਏ। ਜ਼ਾਹਰੀ ਗੱਲ ਹੈ ਏਅਰਪੋਰਟ ਤੇ ਆਉਣ ਤੱਕ ਲਾਹੌਰ ਬੜਾ ਫਾਸਲਾ ਬਣਦਾ। ਕਹਿੰਦਾ ਭਾਈ ਜੀ ਅੱਗੋਂ ਆਪੂ ਜਗਰਾਤੇ ਸੀ, ਉੱਥੇ ਏਅਰਪੋਰਟ ਤੇ ਦੁਬਈ ਕੋਈ ਬੰਦਾ ਲੱਭ ਗਿਆ ਤਲਕ ਵਾਲਾ। ਉਹਨੇ ਕਿਹਾ ਯਾਰ ਤੂੰ ਇੰਜ ਕਰ ਅੰਦਰ ਜਾ ਕੇ ਰੈਸਟ ਕਰ ਲੈ, ਉੱਥੇ ਸੌਣ ਵਾਲੀ ਜਗ੍ਹਾ ਬਣੀ ਆ। ਭਾਈ ਜੀ ਅੰਦਰ ਟੁਰ ਕੇ ਘਰਦਿਆਂ ਨਾਲ ਫੋਨ ਬੰਦ ਕਰਕੇ ਚਲੋ ਸਹੀ ਹੈ, ਮੈਂ ਆਪੇ ਜਿਸਲੇ ਬਹਿਣ ਲੱਗਾ ਤੇ ਫਿਰ ਤੁਹਾਨੂੰ ਕਾਲ ਕਰਾਂਗਾ। ਭਾਈ ਜੀ ਜਾ ਕੇ ਅੰਦਰ ਲੰਮੇ ਪਏ। ਜ਼ਾਹਰੀ ਗੱਲ ਹੈ 2 ਦਿਨ ਦੇ ਜਗਰਾਤੇ ਸੀ। ਉਹ ਜੂੰ ਸੁੱਤੇ ਉਹਨਾਂ ਨੂੰ ਪਤਾ ਹੀ ਕੋਈ ਨਾ ਲੱਗਾ। ਜਿਸਲੇ ਅੱਖ ਖੁੱਲੀ ਤੇ ਆ ਕੇ ਬਾਹਰ ਤੱਕਿਆ, ਫਲੈਟ ਤੇ ਗਈ ਉੱਡ, ਕਦੇ ਇਨਫੋਰਮੇਸ਼ਨ ਵਾਲਾ ਕੋ ਦੌੜੇ, ਕਦੇ ਕਿੱਧਰ ਦੌੜੇ ਕਿ ਇਸ ਤਰ੍ਹਾਂ ਮੇਰੀ ਫਲੈਟ ਹੈ। ਉਹਨਾਂ ਕਿਹਾ ਤੇਰੀ ਫਲੈਟ ਤੇ ਮਿਸ ਹੋ ਗਈ ਹੈ। ਭਾਈ ਜੀ ਪਰੇਸ਼ਾਨ। ਉਹਨਾਂ ਕਿਹਾ ਹੁਣ ਤੂੰ ਨਵੀਂ ਟਿਕਟ ਲੈ ਤੇ ਤੂੰ ਪਾਕਿਸਤਾਨ ਜਾ ਜਾਂ ਜਿੱਥੇ ਵੀ ਜਾਣੀ। ਭਾਈ ਜੀ ਅੱਗੇ ਪਿੱਛੇ ਦੌੜੇ, ਲੇਕਿਨ ਕੋਈ ਕਿਧਰੋਂ ਆਸਰਾ ਨਾ ਹੋਇਆ। ਜਿਹੜੇ ਬਾਹਰ ਮੁੜੇ ਯਾਰ ਦੋਸਤ ਉਹਨਾਂ ਨਾਲ ਰਾਬਤਾ ਕੀਤਾ ਕਿ ਯਾਰ ਇਸ ਤਰ੍ਹਾਂ ਮੇਰੀ ਫਲੈਟ ਮਿਸ ਹੋ ਗਈ ਹੈ, ਮੇਰੀ ਮਦਦ ਕਰੋ। ਉਹਨਾਂ ਕਿਸੇ ਨੇ ਵੀ ਆਖਿਆ ਯਾਰ ਮੇਰੇ ਕੋਲ ਸਾਡੇ ਕੋਲ ਤੇ ਪੈਸੇ ਕੋਈ, ਨਾਲੇ ਅਸੀਂ ਕੰਮਾਂ ਤੇ ਆ, ਅਸੀਂ ਨਹੀਂ ਜਾ ਸਕਦੇ ਟਿਕਟਾਂ ਵਾਲੀ ਏਜੰਸੀ ਤੇ। ਜਿਹੜਾ ਮੁੰਡਾ ਆਪਣੇ ਕੋਲ ਉੱਥੇ ਬੁਲਾਇਆ ਉਹਨੂੰ ਫਿਰ ਆ ਕੇ ਕਾਲ ਕੀਤੀ। ਕਹਿੰਦਾ ਯਾਰ ਤੂੰ ਇੰਜ ਕਰ ਟਿਕਟਾਂ ਵਾਲੀ ਏਜੰਸੀ ਤੇ ਜਾ ਕੇ ਉਹਨਾਂ ਕੋਲ ਟਿਕਟ ਦਾ ਪਤਾ ਕਰਕੇ ਆ, ਐਮਰਜੈਂਸੀ ਦੀ ਟਿਕਟ ਮੈਨੂੰ ਚਾਹੀਦੀ ਹੈ ਪਾਕਿਸਤਾਨ ਦੀ। ਘਰ ਦੇ ਏਅਰਪੋਰਟ ਤੇ ਆ ਕੇ ਬੈਠੇ ਨੇ। ਉਹ ਜਨਾਬ ਦੌੜਦਾ ਗਿਆ ਜਾ ਕੇ ਏਜੰਸੀ ਤੇ, ਉਹਨੇ ਜਾ ਕੇ ਟਿਕਟ ਪਤਾ ਕੀਤੀ। ਉਹਨੇ ਕਿਹਾ ਗੱਲ ਸੁਣੋ ਦੁਬਈ ਦੀ ਤੇ ਕੋਈ ਟਿਕਟ ਨਹੀਂ ਜੇ ਹੈ ਇਸ ਟਾਈਮ, ਆਰ ਜਿਹੜੀ ਫਲੈਟ ਹੈ ਉਹ ਫੁੱਲ ਹੈ। ਅਗਰ ਇਹਨੇ ਪਾਕਿਸਤਾਨ ਜਾਣਾ ਹੈ ਦੁਬਈ ਤੋਂ ਤੁਸੀਂ ਇੰਜ ਕਰੋ ਕਤਰ ਲੱਗ ਜਾਓ, ਕਤਰ ਤੋਂ ਜਿਹੜਾ ਇਸਲਾਮਾਬਾਦ ਦੀ ਹੈ ਜੇ ਟਿਕਟ ਜੇ ਤੁਸੀਂ ਅੱਜ ਦੀ ਲੈਣੀ ਹੈ ਤੇ ਉਹ ਵੀ 1100 ਯੂਰੋ ਦੀ ਹੈ। ਕਹਿੰਦਾ ਮੈਂ ਜਿਸਲੇ ਕਾਲ ਕਰਕੇ ਦੱਸਿਆ ਭਾਈ ਜੀ ਇਸ ਤਰ੍ਹਾਂ ਟਿਕਟ ਹੈ ਤੇ ਸਹੀ ਹੈ, ਲੇਕਿਨ 1100 ਯੂਰੋ ਦੀ ਹੈ ਤੇ ਉਹ ਵੀ ਜਿਹੜਾ ਇੱਥੋਂ ਤੁਸੀਂ ਕਤਰ ਜਾਣਾ, ਕਤਰ ਤੋਂ ਤੁਸੀਂ ਇਸਲਾਮਾਬਾਦ ਜਾਣਾ। ਕਹਿੰਦਾ ਯਾਰ ਘਰ ਦੇ ਤੇ ਉੱਥੇ ਲਾਹੌਰ ਆ ਕੇ ਬੈਠੇ ਨੇ, ਮੈਂ ਹੁਣ ਇਸਲਾਮਾਬਾਦ। ਉਹਨੇ ਕਿਹਾ ਭਾਈ ਜੀ ਉਹ ਕਹਿੰਦਾ 2-3 ਦਿਹਾੜੇ ਤੱਕ ਸਾਰੀਆਂ ਫਲੈਟਾਂ ਫੁੱਲ ਜੇ, ਕੋਈ ਫਲੈਟ ਨਹੀਂ ਜੇ। ਜੇ ਤੁਸੀਂ ਏਅਰਪੋਰਟ ਤੇ ਰਹਿਣਾ ਤੇ ਉਹ ਤੁਹਾਡੀ ਆਪਣੀ ਮਰਜ਼ੀ ਹੈ। ਕਹਿੰਦਾ ਚੱਲ ਸਹੀ ਹੈ ਯਾਰ ਤੂੰ ਉਹਨੂੰ ਆਖ ਤੇ ਤੂੰ ਇੰਜ ਕਰ, ਉਹ ਦੁਕਾਨ ਵਾਲੇ ਕੋਲ ਜਾ ਕੇ ਉਹਨੂੰ ਆਖ ਕੇ ਤੈਨੂੰ ਪੈਸੇ ਦੇ ਦੇਗਾ ਤੇ ਤੂੰ ਆ ਕੇ ਉਹਦੇ ਕੋਲ ਟਿਕਟ ਲੈ ਜਾ। ਕਹਿੰਦਾ ਮੈਂ ਫਿਰ ਦੁਕਾਨ ਵਾਲੇ ਕੋਲ ਗਿਆ। ਕਹਿੰਦਾ ਉਹਦੇ ਨਾਲ ਗੱਲ ਕਰਾਈ। ਪਹਿਲਾਂ ਤਾਂ ਦੁਕਾਨ ਵਾਲਾ ਮੰਨਦਾ ਹੀ ਕੋਈ ਨਹੀਂ ਸੀ। ਉਹਨੇ ਕਿਹਾ ਯਾਰ ਮੇਰੇ ਕੋਲ ਇਤਨੇ ਪੈਸੇ ਨਹੀਂ ਹੈ। ਕਹਿੰਦਾ ਅੱਗੇ ਫਿਰ ਉਹਨੇ ਆਖਿਆ ਚਲੋ ਸਹੀ ਹੈ ਤੁਸੀਂ ਲੈ ਲਓ। ਕਹਿੰਦਾ ਥੋੜਾ ਬਹੁਤ ਉਹਦੇ ਨਾਲ ਬਹਿਣ ਖਲੋਣਾ ਆਇਆ ਸੀ। ਕਹਿੰਦਾ ਪੈਸੇ ਲੈ ਜਾ ਕੇ ਮੈਂ ਟਿਕਟ ਕਰਾਈ। ਕਹਿੰਦਾ ਭਾਈ ਨੇ ਟਿਕਟ ਲੈ ਕੇ ਤੇ ਜਨਾਬ ਉੱਥੋਂ ਕਤਰ ਗਏ, ਕਤਰੂ ਜਾ ਕੇ ਇਸਲਾਮਾਬਾਦ ਗਏ। ਕਹਿੰਦਾ ਇਸਲਾਮਾਬਾਦ ਫਿਰ ਨਿੱਕਾ ਭਾਈ ਹੀ ਹਾਲ ਹੀ ਆਇਆ ਸੀ ਸੂ ਲੈਣ। ਕਹਿੰਦਾ ਜਿਉਂ ਕਾਰ ਗਿਆ ਬੜਾ ਪਰੇਸ਼ਾਨ ਸੀ ਕਿ ਚੰਗਾ ਮੇਰੇ ਨਾਲ ਕੰਮ ਬਣਿਆ, ਈਦ ਚੰਗੀ ਮੈਂ ਕਰਨ ਆਇਆ। ਕਹਿੰਦਾ ਖੈਰ ਜਿਸਲੇ ਕਾਰ ਗਿਆ, ਕਹਿੰਦਾ 2 ਦਿਨ ਬਾਅਦ ਮੇਰੇ ਘਰ ਦੇ ਇਹਦੇ ਘਰ ਗਏ, ਜਾ ਕੇ ਮਿਲੇ ਗਿਲੇ। ਕਹਿੰਦਾ ਪਾਣੀ ਦੀਆਂ ਬੋਤਲਾਂ ਸ਼ੁਤਲਾਂ ਜਿਹੜੀਆਂ ਹੁੰਦੀਆਂ ਨੇ ਉਹ ਲੈ ਕੇ ਗਏ। ਕਹਿੰਦਾ ਚਲੋ ਜੀ ਸਾਡੇ ਮੁੰਡਾ ਵੀ ਇਹਨਾਂ ਕੋਲ ਹੀ ਹੁੰਦਾ। ਕਹਿੰਦਾ ਬੜਾ ਜਾ ਕੇ ਪਿਆਰ ਮੁਹੱਬਤ ਨਾਲ ਮਿਲੇ। ਕਹਿੰਦਾ ਕਾਫੀ ਦੇਰ ਅੱਧਾ ਘੰਟਾ ਬੈਠੇ ਰਹੇ, ਕੁਝ ਸਾਡੀਆਂ ਚਲੋ ਜਿਹੜੀਆਂ ਚੀਜ਼ਾਂ ਨੇ ਉਹ ਲਿਆ ਕੇ ਦੇ ਦੇਣ। ਕਹਿੰਦਾ ਉਹਨੇ ਕੋਈ ਗੱਲ ਨਾ ਕੀਤੀ। ਕਹਿੰਦਾ ਫਿਰ ਉਹਨੇ ਆ ਕੇ ਮੇਰੇ ਘਰ ਦੇ ਨੇ ਆਖਿਆ ਪੁੱਤਰ ਸਾਡੇ ਮੁੰਡੇ ਨੇ ਕੁਝ ਚੀਜ਼ਾਂ ਟੋਰੀਆਂ ਨੇ ਤੇਰੇ ਹਾਲ ਤੇ ਉਹ ਚੀਜ਼ਾਂ ਤੂੰ ਸਾਨੂੰ ਦੇ ਦੇ। ਅਗਰ ਉਹਨੇ ਆਖਿਆ ਚੀਜ਼ਾਂ ਜਿਹੜੀਆਂ ਨੇ ਉਹ ਰਹਿ ਗਈਆਂ ਨੇ, ਚੀਜ਼ਾਂ ਮੇਰੇ ਕੋਲ ਕੋਈ ਨਹੀਂ ਹੈ, ਉਹ ਗੁੰਮ ਗਈਆਂ ਨੇ ਇੰਜ ਕਰਕੇ। ਕਹਿੰਦਾ ਅੱਗੋਂ ਉਹ ਕਹਿੰਦੇ ਨਾ ਇਹ ਕਿਸ ਤਰ੍ਹਾਂ ਹੋ ਸਕਦਾ, ਚੀਜ਼ਾਂ ਗੁੰਮ ਗਈਆਂ ਨੇ, ਮੁੰਡੇ ਸਾਡੇ ਨੇ ਟੋਰੀਆਂ ਨੇ। ਮੈਂ ਆਖਿਆ ਜੀ ਚੀਜ਼ਾਂ ਕੋਈ ਨਹੀਂ ਹੈ, ਉਹਨੂੰ ਆਖੋ ਮੈਨੂੰ ਆਪੇ ਫੋਨ ਕਰ ਲੈ। ਕਹਿੰਦਾ ਚਲੋ ਸਹੀ ਹੈ ਅਸੀਂ ਉਹਨੂੰ ਆਖਨੇ ਤੈਨੂੰ ਫੋਨ ਕਰ। ਕਹਿੰਦਾ ਉੱਠ ਕੇ ਘਰ ਦੇ ਮੇਰੇ ਆ ਗਏ। ਕਹਿੰਦਾ ਮੈਨੂੰ ਆਖੂ ਨੇ ਮੈਂ ਫਿਰ ਫੋਨ ਕੀਤਾ। ਮੈਂ ਕਿਹਾ ਭਾਈ ਜੀ ਇਸ ਤਰ੍ਹਾਂ ਤੁਸੀਂ ਮੈਂ ਜਿਹੜੀਆਂ ਚੀਜ਼ਾਂ ਦੇ ਕੇ ਟੁਰੇ। ਕਹਿੰਦਾ 2 ਤੇ ਪਿਸਤੇ ਦੇ ਪੈਕਟ ਹੈ, ਇੱਕ ਲੋਸ਼ਨ ਆਇਆ, ਕਹਿੰਦਾ ਇੱਕ ਹੋਰ ਚੀਜ਼ ਹੈ। ਕਹਿੰਦਾ ਉਹੀ ਤੇ ਚੀਜ਼ਾਂ ਹੀ ਆ ਸਿਰਫ। ਕਹਿੰਦਾ ਮੈਂ ਕਿਹਾ ਭਾਈ ਜੀ ਤੁਸੀਂ ਸਾਡੀਆਂ ਚੀਜ਼ਾਂ ਨਹੀਂ ਦਿੱਤੀਆਂ ਯਾਰ, ਪੈਸੇ ਤੂੰ ਦਿੱਤੇ ਕੋਈ ਨਹੀਂ, ਮੇਰੇ 20 ਯੂਰੋ ਤੂੰ ਮੇਰੇ ਦੇਣੇ ਸੀ, ਪਹਿਲਾਂ ਮੇਰੇ 20 ਯੂਰੋ ਤੂੰ ਵਾਪਸ ਕਰਨਾ ਤੇ ਤੇਰੀਆਂ ਚੀਜ਼ਾਂ ਇੱਥੇ ਮੇਰੇ ਘਰ ਮਾਨਤ ਪਈਆਂ। ਤੂੰ ਆਖਿਆ ਸੀ ਤੁਸੀਂ ਪਾਕਿਸਤਾਨ ਪਹੁੰਚੋ ਤੇ ਮੈਂ ਤੁਹਾਨੂੰ 20 ਯੂਰੋ ਪਾ ਦਿਆਂਗਾ। ਕਹਿੰਦਾ ਭਾਈ ਜੀ ਹੁਣ ਐਮਰਜੈਂਸੀ ਮੇਰੇ ਕੋਲ ਕਿੱਥੋਂ ਆਏ, ਕੀ ਕਰਦੇ ਹੁੰਦੇ ਹੋ, ਤੁਹਾਨੂੰ 20 ਯੂਰੋ ਲੱਭ ਜਾਣਗੇ, ਘਰ ਦੀਆਂ ਚੀਜ਼ਾਂ ਦਿਓ, ਮੇਰੀ ਬੇਇੱਜ਼ਤੀ ਵੀ ਹੁੰਦੀ ਹੈ। ਉਹਨੇ ਆਖਿਆ ਨਾ ਜਦੋਂ ਤੂੰ 20 ਯੂਰੋ
ਜਦੋਂ ਭੇਜੇਗਾ ਤੇ ਉਦੋਂ ਮੈਂ ਤੈਨੂੰ ਜਿਹੜਾ ਚੀਜ਼ਾਂ ਦਿਆਂਗਾ। ਕਹਿੰਦਾ ਕੋਈ ਜਿਹੜਾ ਮੁੰਡਾ ਨਾ ਰਹਿੰਦਾ ਨਾ ਉਹ ਸਾਰੀਆਂ ਗੱਲਾਂ ਸੁਣੋ। ਉਹਨੇ ਕਿਹਾ ਗੱਲ ਸੁਣ ਯਾਰ, ਇਹ 20 ਯੂਰੋ ਨੇ, ਉਹਨੂੰ ਪੁੱਛ ਕਿਤਨੇ ਪੈਸੇ ਬਣਦੇ ਨੇ। ਉਹਨੇ ਪੈਸੇ ਪੁੱਛੇ, ਉਹਨੇ ਕਿਹਾ ਜਾ ਮੇਰੇ ਘਰ ਜਿਹੜਾ ਮੇਰਾ ਭਾਈ ਹੈ ਉਹ ਜਾ ਕੇ ਇਹਨੂੰ ਦੇ ਆਉਂਦਾ। ਕਹਿੰਦਾ ਫੋਨ ਕਰਕੇ ਮੈਂ ਕਿਹਾ ਇਸ ਤਰ੍ਹਾਂ ਮੁੰਡਾ ਆਉਂਦਾ ਤੁਹਾਨੂੰ ਆ ਕੇ ਪੈਸੇ ਦਿੰਦਾ ਤੇ ਮੇਰੇ ਘਰ ਦੀਆਂ ਚੀਜ਼ਾਂ ਜਿਹੜੀਆਂ ਨੇ ਉਸੇ ਮੁੰਡੇ ਨੂੰ ਦੇ ਦਿਓ। ਉਹਨੇ ਕਿਹਾ ਠੀਕ ਹੈ। ਕਹਿੰਦਾ ਜਾ ਕੇ ਉਹਨੇ ਪੈਸੇ ਦਿੱਤੇ। ਕਹਿੰਦਾ ਉਹ ਚੀਜ਼ਾਂ ਲੈ ਕੇ ਤੇ ਸਿੱਧਾ ਸਾਡੇ ਘਰ ਗਿਆ, ਜਾ ਕੇ ਚੀਜ਼ਾਂ ਦੇ ਕੇ। ਕਹਿੰਦਾ ਮੈਂ ਕਿਹਾ ਯਾਰ ਮਿਹਰਬਾਨੀ, ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ। ਕਹਿੰਦਾ ਅੱਗੋਂ ਇਸ ਬੰਦੇ ਨੇ ਆਪਣੀ ਫੈਮਿਲੀ ਅਪਲਾਈ ਕੀਤੀ ਸੀ, ਉਹਦੇ ਫੈਮਿਲੀ ਬੁਲਾਣੀ ਸੀ ਬਾਹਰ। ਕਹਿੰਦਾ ਹਾਲਾਂਕਿ ਇੱਥੇ ਨੇ ਗੋਰੀ ਰੱਖੀ ਸੀ, ਮੈਨੂੰ ਪਤਾ ਸੀ ਸਾਰੀਆਂ ਗੱਲਾਂ ਦਾ। ਕਹਿੰਦਾ ਫੈਮਿਲੀ ਜਿਸ ਵੇਲੇ ਰੱਖੀ ਉਹਦੇ ਪਾਕਿਸਤਾਨ ਜੇ ਪੇਪਰ ਜਮ੍ਹਾਂ ਕਰਾਈਏ ਨਾ, ਕਹਿੰਦਾ ਇਨਕੁਆਰੀ ਵਾਸਤੇ ਆਉਂਦੇ ਨੇ, ਲੋਕਾਂ ਦੇ ਘਰਾਂ ਜਾ ਕੇ ਪੁੱਛਦੇ ਨੇ ਕਿ ਇਹਦਾ ਕੀ ਕੋਈ ਸਟੇਟਸ ਹੈ। ਕਹਿੰਦਾ ਉਹ ਜਿਹੜੇ ਨੇ ਇਨਕੁਆਰੀ ਵਾਲੇ ਸਿੱਧੇ ਸਾਡੇ ਘਰ ਆਏ। ਕਹਿੰਦਾ ਕੋਈ ਮੇਰੇ ਘਰ ਦੇ ਨੇ ਫੋਨ ਕੀਤਾ, ਕਹਿੰਦੇ ਨੇ ਇਸ ਤਰ੍ਹਾਂ ਇਹਦੀ ਇਨਕੁਆਰੀ ਕਰਨ ਆਏ ਨੇ। ਕਹਿੰਦਾ ਮੈਂ ਕਿਹਾ ਕਿ ਤੇ ਤੁਸੀਂ ਕੋਈ ਗੱਲ ਨਹੀਂ ਕਰਨੀ। ਨਾ ਨਾ ਅਸੀਂ ਤੇ ਗੱਲ ਕਰਾਂਗੇ ਨਹੀਂ, ਇਸ ਤਰ੍ਹਾਂ ਉੱਥੇ ਗੋਰੀ ਰੱਖੀ ਹੈ, ਇਸ ਤਰ੍ਹਾਂ ਉੱਥੇ ਰਹਿੰਦਾ। ਉਹਨਾਂ ਕਿਹਾ ਨਾ ਤੁਸੀਂ ਖਬਰਦਾਰ ਕੋਈ ਗੱਲ ਕੀਤੀ ਜੇ ਤੁਸੀਂ ਇੰਜ ਦੀ ਕੋਈ ਗੱਲ ਕੀਤੀ ਜਾਂ ਉਹਦੀ ਇਨਕੁਆਰੀ ਫੇਲ ਹੋਈ ਤਾਂ ਮੈਂ ਕਦੇ ਵੀ ਘਰ ਮੂੰਹ ਨਹੀਂ ਕਰਨਾ। ਇਸ ਵਾਸਤੇ ਤੁਸੀਂ ਕੋਈ ਗੱਲ ਨਾ, ਸਾਨੂੰ ਕੋਈ ਪਤਾ ਨਹੀਂ, ਬਹੁਤ ਅੱਛੇ ਬੰਦੇ ਨੇ, ਕੋਈ ਹੋਰ ਸ਼ਾਦੀ ਨਹੀਂ ਕੀਤੀ। ਕਹਿੰਦਾ ਇਸੇ ਤਰ੍ਹਾਂ ਇਨਕੁਆਰੀ ਵਾਲਿਆਂ ਨੂੰ ਇਸ ਤਰ੍ਹਾਂ ਹੀ ਬਿਆਨ ਦਿੱਤਾ। ਕਹਿੰਦਾ ਜਿਸ ਵੇਲੇ ਵਾਪਸ ਆਇਆ, ਵਾਪਸ ਆ ਕੇ ਨਾ ਤੇ ਮੈਂ ਉਹਨੂੰ ਦੱਸਿਆ ਕਿ ਇਸ ਤਰ੍ਹਾਂ ਜਿਹੜੀ ਤੇਰੀ ਇਨਕੁਆਰੀ ਹੈ ਨਾ ਉਹ ਸਾਡੇ ਘਰੋਂ ਆ ਕੇ ਕੀਤੀ ਨੇ, ਤੇ ਮੈਂ ਉਹਨਾਂ ਨੂੰ ਆਖਿਆ ਸੀ ਤੇ ਅੱਗੂ ਜਿਹੜੇ ਤਾਂ ਤੇਰੀ ਇਨਕੁਆਰੀ ਕਲੀਅਰ ਹੈ। ਉਹਨੇ ਕਿਹਾ ਤੇ ਨਾ ਵੀ ਤੂੰ ਕਰਦਾ ਤੇ ਉਹਨਾਂ ਨੇ ਕਿਹੜਾ ਕੋਈ ਮੇਰੀ ਰੋਕਣੀ ਸੀ। ਕਹਿੰਦਾ ਨਹੀਂ ਯਾਰ ਜੋ ਵੀ ਹੈ ਬਾਤ ਠੀਕ ਹੈ, ਕੋਈ ਮਸਲਾ ਨਹੀਂ, ਲੇਕਿਨ ਇਹ ਹੈ ਕਿ ਮੈਂ ਤੈਨੂੰ ਦੱਸਣਾ ਚਾਹੁੰਦਾ ਕਿ ਮੈਂ ਤੇਰੇ ਨਾਲ ਇਸ ਤਰ੍ਹਾਂ ਦਾ ਕੋਈ ਬੁਰਾ ਨਹੀਂ ਕੀਤਾ। ਕਹਿੰਦਾ ਬਹਰਾਲ ਜਿਹੜਾ ਮੁੰਡਾ ਮੇਰਾ ਯਾਰ ਬਣਿਆ ਸੀ ਉਹਨੇ ਆਪਣਾ ਮਕਾਨ ਲੈ ਲਿਆ ਤੇ ਮੈਂ ਉਹਦੇ ਕੋਲ ਟੁਰ ਗਿਆ। ਕਹਿੰਦਾ ਅੱਗੂ ਨੇ ਮੈਨੂੰ ਕੰਮ ਵੀ ਉੱਥੇ ਲਵਾ ਦਿੱਤਾ। ਕਹਿੰਦਾ ਮੈਨੂੰ ਕੰਮ ਲਵਾਇਆ ਤੇ ਬਾਅਦ ਚ ਮੈਨੂੰ ਫੋਨ ਕਰਕੇ ਆਖੇ ਤੂੰ ਹੁਣ ਮੇਰੇ ਨਾਲ ਰਾਬਤਾ ਨਹੀਂ ਕਰਦਾ, ਤੂੰ ਆਇਆ ਮੇਰੇ ਕੋਲ ਸੇ ਹੁਣ ਜਾ ਕੇ ਦੂਸਰੇ ਮੁੰਡਿਆਂ ਨਾਲ ਤੂੰ ਤਲੁਕਾਤ ਬਣਾ ਲੈਣੇ। ਕਹਿੰਦਾ ਮੈਂ ਕਿਹਾ ਭਾਈ ਜੀ ਤਲੁਕਾਤ ਕੇ ਜਿਹੜਾ ਬੰਦਾ ਸਾਨੂੰ ਪਿਆਰ ਨਾਲ ਬੋਲਦਾ ਅਸੀਂ ਉਹਦੇ ਨਾਲ ਪਿਆਰ ਨਾਲ ਬੋਲਨੇ ਆ, ਉਹ ਮੇਰੇ ਨਾਲ ਚੰਗਾ ਭਲਾ ਹੈ, ਮੈਂ ਮੇਰੀ ਇੱਜ਼ਤ ਕਰਦਾ, ਮੈਨੂੰ ਕੰਮ ਲਵਾਇਆ ਸੂ, ਆਪਣੇ ਨਾਲ ਰਿਹਾਇਸ਼ ਤੇ ਰੱਖਿਆ ਸੂ, ਮੇਰਾ ਖਰਚਾ ਦਿੰਦਾ ਰਿਹਾ ਤੇ ਮੈਂ ਉਹਦੀ ਇੱਜ਼ਤ ਨਾ ਕਰਾਂ ਤੇ ਹੋਰ ਕੀ ਕਰਾਂ। ਮੈਂ ਤੁਹਾਡੇ ਕੋਲ ਆਇਆ ਸਾਂ, ਤੁਸੀਂ 20 ਯੂਰੋ ਵਾਸਤੇ ਤੂੰ ਮੇਰੇ ਨਾਲ ਕੀ ਕੀਤਾ? ਤੈਨੂੰ ਪਤਾ ਨਹੀਂ ਸੀ ਮੈਂ ਪਾਕਿਸਤਾਨ ਕਿਤਨਾ ਮਜਬੂਰ ਸਾਂ, ਮੈਨੂੰ ਪੈਸੇ ਦੇ। ਉਹਨੇ ਕਿਹਾ ਭਾਈ ਜੀ ਮਜਬੂਰ ਕਿਹੜੇ ਸੋ ਤੁਸੀਂ, ਤੁਹਾਡੇ ਕੋਲ ਤੇ ਰੱਜ ਪੈਸੇ ਸੀ, ਤੁਸੀਂ ਤਾਂ ਉਂਝ ਹੀ ਮੇਰੇ ਨਾਲ ਲੱਗੇ ਸੋ ਕਰਨ। ਪਰ ਮੇਰੇ ਦਿਲ ਚੋਂ ਇਹ ਗੱਲ ਨਹੀਂ ਤੁਹਾਡੀ ਨਿਕਲਣੀ, ਮੈਂ ਤੁਹਾਡੀ ਬੜੀ ਇੱਜ਼ਤ ਕਰਦਾ ਸਾਂ, ਲੇਕਿਨ ਤੁਸੀਂ ਮੇਰਾ ਇੱਕ ਜ਼ਰਾ ਵੀ ਇੱਜ਼ਤ ਨਹੀਂ ਰੱਖੀ। ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਅਗਰ 20 ਯੂਰੋ ਨੇ ਲਏ ਸੀ ਤੇ ਤੁਹਾਡਾ ਵੀ ਕੰਮ ਸੀ ਥੋੜੀ ਰਿਸਪੈਕਟ ਕਰਨਾ, ਤੁਸੀਂ ਇਤਨੇ ਪੈਸੇ ਕਮਾਉਂਦੇ ਸੋ। ਇਸ ਤਰ੍ਹਾਂ ਕਰਕੇ ਤੁਹਾਡੇ ਕੋਲ ਕੋਈ ਆਵੇ ਤੇ ਉਹਦੀ ਇੱਜ਼ਤ ਕਰੋ, ਉਹਦੀ ਰਿਸਪੈਕਟ ਕਰੋ ਤਾਂ ਕਿ ਉਹ ਵੀ ਤੁਹਾਡੀ ਇੱਜ਼ਤ ਕਰੇ। ਬਾਕੀ ਅਗਰ ਮੇਰੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਵੇ ਤਾਂ ਪਲੀਜ਼ ਯਾਰ ਲਾਈਕ ਕਰਿਆ ਕਰੋ, ਕਮੈਂਟਸ ਕਰਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ। ਬਾਕੀ ਦੁਆਵਾਂ 'ਚ ਯਾਦ ਰੱਖਿਆ ਕਰੋ, ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ। ਸਿਹਤ ਦਾ ਤੇ ਸਭ ਕੁਝ ਹੈ। ਅੱਲਾਹ ਹਾਫਿਜ਼।